ਸਤਿ ਸ਼੍ਰੀ ਅਕਾਲ ਸਟੂਡੈਂਟਸ। ਸੋ ਜਿਹੜੇ ਵੀ ਸਟੂਡੈਂਟਸ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦੇ ਐਗਜ਼ਾਮ ਲਈ ਵੇਟ ਕਰ ਰਹੇ ਸੀਗੇ, ਸੋ ਫਾਈਨਲੀ ਉਹਦਾ ਅਫੀਸ਼ੀਅਲ ਨੋਟੀਫਿਕੇਸ਼ਨ PSSB ਦੀ ਵੈਬਸਾਈਟ ਦੇ ਉੱਤੇ ਆ ਚੁੱਕਾ ਆ। ਸੋ 23 ਜੂਨ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸ਼ਾਮੀ 5 ਵਜੇ ਤੱਕ। ਸੋ ਮੇਰੇ ਵੱਲੋਂ ਆਲ ਦੀ ਬੈਸਟ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਆ ਉਹਨਾਂ ਨੂੰ। ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਪਣੇ ਥੋੜ੍ਹੇ ਜਿਹੇ ਟਿਪਸ ਜਿਹੜੇ ਆ ਸ਼ੇਅਰ ਕਰਾਂਗੀ, ਬਿਕੋਜ਼ ਤੁਹਾਨੂੰ ਪਤਾ ਲਾਸਟ ਟਾਈਮ ਜਿਹੜਾ ਐਗਜ਼ਾਮ ਹੋਇਆ ਸੀਗਾ ਉਹ ਮੈਂ ਕਲੀਅਰ ਕੀਤਾ ਔਰ ਫਿਲਹਾਲ ਮੈਂ ਜੁਆਇਨ ਨਹੀਂ ਕੀਤਾ ਆ, ਬਟ ਮੈਨੂੰ ਜੁਆਇਨਿੰਗ ਲੈਟਰ ਜਿਹੜੀ ਆ ਉਹ ਮਿਲ ਚੁੱਕੀ ਆ, ਅਪਾਇੰਟਮੈਂਟ ਲੈਟਰ, ਬਟ ਮੈਂ ਹਜੇ ਜੁਆਇਨ ਨਹੀਂ ਕੀਤਾ। ਤੇ ਬਾਕੀ ਇਹ ਹੈ ਕਿ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕਰੂੰਗੀ। ਦੇਖੋ, ਸਭ ਤੋਂ ਪਹਿਲੀ ਗੱਲ ਤੇ ਸਿਲੇਬਸ ਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦੀ ਹਾਂ, ਬਿਕੋਜ਼ ਪਿਛਲੀ ਵਾਰ ਜਿਹੜਾ ਐਗਜ਼ਾਮ ਹੋਇਆ ਸੀਗਾ ਉਹਦੇ ਵਿੱਚ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਤੇ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਆਫਿਸਰ ਤੇ ਬਲਾਕ ਲੈਵਲ ਐਕਸਟੈਂਸ਼ਨ ਆਫਿਸਰ ਦਾ ਇਕੱਠਾ ਐਗਜ਼ਾਮ ਹੋਇਆ ਸੀਗਾ 168 ਪੋਸਟ ਲਈ। ਬਟ ਇਸ ਟਾਈਮ ਜਿਹੜਾ ਐਗਜ਼ਾਮ ਹੋਏਗਾ ਤੁਹਾਡਾ, ਇਹ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦਾ ਹੀ ਹੋਏਗਾ। ਸੋ ਇਹਦੇ ਵਿੱਚ ਤੁਸੀਂ ਜਿਹੜਾ ਸੀਡੋ ਵਾਲਾ ਤੇ ਜਿਹੜਾ BLEO ਵਾਲਾ ਸਿਲੇਬਸ ਹੈ ਉਹ ਤੁਸੀਂ ਨਹੀਂ ਕਰਨਾ ਆ। ਸਿਰਫ ਜਿਹੜਾ ਟੈਕਸੇਸ਼ਨ ਵਾਲਾ ਪਾਰਟ ਸੀਗਾ, ਜਿਹੜਾ 7th ਪਾਰਟ ਸੀ ਆਈ ਥਿੰਕ ਸਿਲੇਬਸ ਦੇ ਵਿੱਚ ਉਸ ਟਾਈਮ, ਉਹੀ ਵਾਲਾ ਕਵਰ ਕਰਨਾ ਹੈ। 8th ਪਾਰਟ ਤੁਸੀਂ ਕਵਰ ਨਹੀਂ ਕਰਨਾ ਆ, ਠੀਕ ਹੈ। ਸੋ ਇਹ ਗੱਲ ਤੁਸੀਂ ਯਾਦ ਰੱਖਿਓ। ਉਹਦੇ ਵਿੱਚ ਉਹਨਾਂ ਨੇ 20 ਮਾਰਕਸ ਦਾ ਉਦੋਂ ਐਕਸਾਈਜ਼ ਟੈਕਸੇਸ਼ਨ ਦਾ ਸਿਲੇਬਸ ਪਾਇਆ ਸੀ, ਜਿਹਦੇ ਵਿੱਚ GST ਵਗੈਰਾ ਇਹ ਸਾਰਾ ਕੁਛ, ਡਾਇਰੈਕਟ ਟੈਕਸ, ਇਨਡਾਇਰੈਕਟ ਟੈਕਸ, ਸਾਰਾ ਕੁਛ ਹੈ ਨਾ, ਉਹ ਅਸੀਂ ਸਿਲੇਬਸ ਕਵਰ ਕੀਤਾ ਸੀਗਾ। ਪਰ 8th ਪਾਰਟ ਦੇ ਵਿੱਚ ਉਹਨਾਂ ਨੇ ਇੰਡਸਟਰੀਅਲ ਲਾਜ਼ ਉਹ ਸਾਰਾ ਕੁਛ ਪਾਇਆ ਸੀ, ਹੈ ਨਾ, ਜਿਹਦੇ ਵਿੱਚ MSMEs ਵਗੈਰਾ ਆਪਾਂ ਪੜ੍ਹੇ ਸੀਗੇ। ਸੋ ਉਹ ਤੁਸੀਂ ਚੀਜ਼ਾਂ ਨਹੀਂ ਕਵਰ ਕਰਨੀਆਂ, ਸਿਰਫ ਟੈਕਸੇਸ਼ਨ ਵਾਲਾ ਪਾਰਟ ਹੀ ਤੁਸੀਂ ਕਵਰ ਕਰਨਾ ਹੈ। ਹੋ ਸਕਦਾ ਹੈ ਕਿ 20 ਮਾਰਕਸ ਦਾ ਹੀ ਰਵੇ ਤੇ ਬਾਕੀਆਂ ਦੀ ਵੇਟੇਜ ਵਧਾ ਦਿੱਤੀ ਜਾਵੇ, ਜਿਵੇਂ ਇੰਗਲਿਸ਼, ਪੰਜਾਬੀ, ਮੈਥਸ, ਰੀਜ਼ਨਿੰਗ, ਹੈ ਨਾ, ਕੰਪਿਊਟਰ ਵਗੈਰਾ। ਬਟ ਇਹ ਹੈ ਕਿ ਉਹ ਵਾਲਾ ਪਾਰਟ ਤੁਸੀਂ ਬਿਲਕੁਲ ਨਹੀਂ ਕਰਨਾ। ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਹੁਣ ਮੇਰੀਆਂ ਉਹ ਵਾਲੀਆਂ ਵੀਡੀਓਜ਼ ਦੇ ਉੱਤੇ ਵਿਊਜ਼ ਆ ਰਹੇ ਨੇ ਜਿਹੜੀਆਂ ਕਿ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਦੀਆਂ ਵੀਡੀਓਜ਼ ਮੈਂ ਪਾਈਆਂ ਸੀਗੀਆਂ, ਠੀਕ ਹੈ। ਸੋ ਇਹ ਤੁਸੀਂ ਗੱਲ ਯਾਦ ਰੱਖ ਲਿਓ, ਪੱਲੇ ਬੰਨ ਲਿਓ, ਟਾਈਮ ਨਹੀਂ ਵੇਸਟ ਕਰਨਾ ਹੈ ਆਪਣਾ। ਤੇ ਸਿਰਫ ਔਰ ਸਿਰਫ ਜਿਹੜਾ ਐਕਸਾਈਜ਼ ਟੈਕਸੇਸ਼ਨ ਵਾਲੀ ਮੈਂ ਪਲੇਲਿਸਟ ਅਲੱਗ ਨਾਲ ਵੀ ਬਣਾਈ ਹੋਈ ਹੈ, ਸਿਰਫ ਐਕਸਾਈਜ਼ ਟੈਕਸੇਸ਼ਨ ਵਾਲੀ ਵੀਡੀਓਜ਼ ਹੀ ਤੁਸੀਂ ਦੇਖਣੀਆਂ ਨੇ। ਸੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਜਦੋਂ ਮੈਂ ਪ੍ਰਿਪੇਅਰ ਕੀਤਾ ਸੀਗਾ ਇਸ ਐਗਜ਼ਾਮ ਲਈ, ਤੇ ਮੈਂ ਜੋ ਮੈਂ ਕੀਤਾ ਸੀ ਪ੍ਰਿਪੇਅਰ ਉਹੀ ਮੈਂ ਤੁਹਾਨੂੰ ਕਰਵਾਇਆ। ਈਵਨ ਜਿਹਦਾ ਫਸਟ ਰੈਂਕ ਆਇਆ ਆ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦੇ ਵਿੱਚ, ਉਹ ਲੜਕੀ ਦਾ ਵੀ ਮਤਲਬ ਕੀ ਉਹਨੂੰ ਕਹਿੰਦੇ ਆ, ਉਹਨੇ ਵੀ ਮੇਰੀਆਂ ਵੀਡੀਓਜ਼ ਤੋਂ ਹੀ ਕੀਤਾ ਸੀਗਾ। ਈਵਨ ਮੈਨੂੰ ਇੱਕ ਮੇਲ ਵੀ ਆਈ ਸੀਗੀ ਕਿਸੇ ਕੁੜੀ ਦੀ, ਉਹ ਕੈਟੇਗਰੀ ਦੇ ਵਿੱਚ ਉਹਨੇ ਟੌਪ ਕੀਤਾ ਸੀਗਾ। ਸੋ ਉਹਨੇ ਵੀ ਆਪਣਾ ਇਹੀ ਵੀਡੀਓਜ਼ ਦੇਖੀਆਂ ਸੀ, ਠੀਕ ਹੈ। ਬਟ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਇਹ ਕਹੂੰਗੀ ਕਿ ਸਿਰਫ ਇਹਦੇ ਨਾਲ ਹੀ ਤੁਸੀਂ ਰਹੋ। ਇਹ ਤੇ ਹੈਗਾ ਤੁਹਾਡੇ ਸਾਰੇ ਕਨਸੈਪਟਸ ਤੁਹਾਡੇ ਕਲੀਅਰ ਹੋ ਗਏ ਆ ਇੱਕ ਵਾਰੀ, ਠੀਕ ਹੈ। ਉਹਨੂੰ ਤੁਸੀਂ ਬਾਰ-ਬਾਰ ਘੱਟੋ ਘੱਟ ਪੇਪਰ 'ਚ ਜਾਣ ਤੋਂ ਪਹਿਲਾਂ ਤੁਸੀਂ 4 ਤੋਂ 5 ਰਿਵੀਜ਼ਨਸ ਜਿਹੜੀਆਂ ਆ ਇਸ ਪਾਰਟ ਦੀਆਂ ਕਰਨੀਆਂ ਨੇ। ਇਸ ਦੇ ਨਾਲ ਜਿੰਨੇ ਵੀ ਮੈਂ ਤੁਹਾਨੂੰ ਆਪਣਾ ਦੱਸ ਰਹੀ ਕਿ ਮੈਂ ਕਿਸ ਤਰ੍ਹਾਂ ਕੀਤਾ ਸੀ, ਠੀਕ ਆ। ਉਹ ਤੇ ਮੈਂ ਜੋ ਤੁਹਾਨੂੰ ਕਰਾਇਆ ਉਹੀ ਮੈਂ ਕੀਤਾ, ਮੈਂ ਕੁਝ ਵੀ ਐਕਸਟਰਾ ਨਹੀਂ ਕੀਤਾ, ਠੀਕ ਹੈ। ਬਸ ਮੈਂ ਐਕਸਟਰਾ ਇਹ ਕੀਤਾ ਸੀਗਾ, ਐਕਸਟਰਾ ਐਫਰਟ ਇਹ ਲਾਏ ਸੀਗੇ ਕਿ ਹਰ ਇੱਕ ਜਿਹੜਾ ਟੌਪਿਕ ਸੀਗਾ, ਜਿਵੇਂ ਮੰਨ ਲਓ GST ਦਾ ਟੌਪਿਕ ਹੈ ਜਾਂ ਜਿਵੇਂ MSMEs ਦਾ ਟੌਪਿਕ ਸੀ ਜੋ ਹੁਣ ਨਹੀਂ ਆਉਣਾ, ਠੀਕ ਹੈ। ਸੋ ਉਹਦੇ 'ਚ ਮੈਂ ਕੀ ਕੀਤਾ ਸੀ, ਨੈੱਟ ਦੇ ਉੱਤੇ ਸਰਚ ਮਾਰੀ ਸੀਗੀ ਕਿ MCQs ਰਿਲੇਟਿਡ ਟੂ GST। ਸੋ ਜਿੰਨੇ ਵੀ MCQs ਮੈਨੂੰ ਲੱਭੇ ਸੀਗੇ ਆਨਲਾਈਨ, ਮੈਂ ਸਾਰੇ ਸੋਲਵ ਕੀਤੇ ਸੀਗੇ ਆਪਣੇ ਕਨਸੈਪਟ ਪੜ੍ਹਨ ਤੋਂ ਬਾਅਦ। ਤੇ ਕਾਫੀ ਕੁਐਸਚਨ ਜਿਹੜੇ ਉਹਨਾਂ ਦੇ ਵਿੱਚੋਂ ਆਏ ਵੀ ਸੀਗੇ, ਠੀਕ ਹੈ। ਤੇ ਇਹ ਤੇ ਹੋ ਗਿਆ ਜਿਹੜਾ ਮੇਜਰ ਪਾਰਟ ਤੁਹਾਡਾ ਆ ਸਿਲੇਬਸ ਦਾ, ਹੈ ਨਾ। ਉਸ ਤੋਂ ਇਲਾਵਾ ਜਿਹੜੇ ਬਾਕੀ ਦੇ ਐਗਜ਼ਾਮਸ ਹੁੰਦੇ ਨੇ, ਜਿਵੇਂ ਇੰਗਲਿਸ਼ ਹੈ, ਪੰਜਾਬੀ ਹੈ, ਕੰਪਿਊਟਰ ਹੈ, ਰੀਜ਼ਨਿੰਗ ਹੈ, ਕੁਆਂਟਸ ਹੈ ਨਾ। ਤੇ ਮੈਂ ਤੁਹਾਨੂੰ ਦੱਸ ਦਿੰਦੀ ਕਿ ਕੁਆਂਟਸ ਦੀ ਜਿਹੜੀ, ਕਿਉਂਕਿ ਕੁਆਂਟਸ ਮੇਰਾ ਇੱਕ ਵੀਕ ਪਾਰਟ ਰਿਹਾ ਸੀਗਾ ਸ਼ੁਰੂ ਤੋਂ, ਬਟ ਮੈਂ ਉਹਦੇ ਤੇ ਬਹੁਤ ਐਫਰਟ ਕੀਤਾ। ਤੇ ਕੁਆਂਟਸ ਦੇ ਵਿੱਚ ਮੇਰਾ ਸਿਰਫ 2 ਕੁਐਸਚਨ ਸੀਗੇ ਜਿਹੜੇ ਮੈਨੂੰ ਨਹੀਂ ਆਉਂਦੇ ਸੀਗੇ, ਬਿਕੋਜ਼ ਉਹ ਉਹਦੇ ਨਾਲ ਰਿਲੇਟਡ ਸੀ, ਮੈਂਸੂਰੇਸ਼ਨ ਦੇ ਨਾਲ ਰਿਲੇਟਡ ਸੀ, ਉਹ ਮੈਂ ਕਵਰ ਨਹੀਂ ਸੀ ਕੀਤੀ, ਠੀਕ ਹੈ। ਬਾਕੀ ਮੇਰੇ ਸਾਰੇ ਕੁਐਸਚਨ ਸਹੀ ਹੋਏ ਸੀਗੇ। ਔਰ ਕੁਆਂਟਸ ਦੀ ਰਿਵੀਜ਼ਨ ਜਿਹੜੀਆਂ ਮੈਂ ਸਿਰਫ ਇੱਕੋ ਹੀ ਸੋਰਸ ਫੋਲੋ ਕਰਦੀ ਹਾਂ, ਮੈਂ ਮਲਟੀਪਲ ਸੋਰਸਿਸ ਫੋਲੋ ਨਹੀਂ ਕਰਦੀ, ਠੀਕ ਹੈ। ਇੱਕ ਹੀ ਸੋਰਸ ਨੂੰ ਮੈਂ 3 ਤੋਂ 4 ਵਾਰ ਰਿਵਾਈਜ਼ ਕਰਦੀ। ਈਵਨ ਕੁਆਂਟਸ ਨੂੰ ਵੀ ਮੈਂ 3 ਵਾਰ ਰਿਵਾਈਜ਼ ਕੀਤਾ ਸੀਗਾ ਜਾਣ ਤੋਂ ਪਹਿਲਾਂ ਪੇਪਰ। ਤੇ ਰੀਜ਼ਨਿੰਗ ਮੇਰਾ ਸਟਰੋਂਗ ਪਾਰਟ ਹੈਗਾ, ਰੀਜ਼ਨਿੰਗ 'ਚ ਮੈਨੂੰ ਇੰਨੀ ਦਿੱਕਤ ਨਹੀਂ ਆਈ, ਠੀਕ ਹੈ। ਮੇਰੇ ਖਿਆਲ ਇੱਕ ਹੀ ਕੁਐਸਚਨ ਗਲਤ ਸੀਗਾ ਮੇਰਾ ਉਹਦੇ ਵਿੱਚ। ਤੇ ਰੀਜ਼ਨਿੰਗ ਦੇ ਵਿੱਚ ਇਹ ਹੈ ਕਿ ਇੱਕ ਵਾਰ ਤੁਸੀਂ ਕੀਤਾ ਹੋਏਗਾ ਤਾਂ ਤੁਹਾਨੂੰ ਬਾਰ-ਬਾਰ ਸ਼ਾਇਦ ਮੈਨੂੰ ਲੱਗਦਾ ਨਹੀਂ ਕਰਨ ਦੀ ਜ਼ਰੂਰਤ ਵੀ ਪੈਂਦੀ ਹੈ, ਬਟ ਫਿਰ ਵੀ ਇੱਕ ਵਾਰ ਤਾਂ ਮਿਨੀਮਮ ਤੁਸੀਂ ਉਹਨੂੰ ਕਰੋ ਹੀ, ਜੇ ਤੁਹਾਡਾ ਉਹ ਸਟਰੋਂਗ ਹੈਗਾ ਵੀ ਹੈ ਤਦ ਵੀ।
ਤੇ ਦੂਸਰੀ ਗੱਲ ਜਿਵੇਂ ਕਹਿੰਦੇ ਨੇ ਕਿ ਆਪਾਂ ਫੇਲਿਅਰਸ ਤੋਂ ਵੀ ਬਹੁਤ ਕੁਝ ਸਿੱਖਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਸੋ ਇਸੇ ਤਰ੍ਹਾਂ ਹੀ ਮਤਲਬ ਮੈਂ ਸਭ ਤੋਂ ਪਹਿਲਾਂ ਜਿਹੜਾ ਐਗਜ਼ਾਮ ਦਿੱਤਾ ਸੀ ਉਹ ਕੋਆਪਰੇਟਿਵ ਬੈਂਕ ਦਾ ਮੈਨੇਜਰ ਦਾ ਐਗਜ਼ਾਮ ਦਿੱਤਾ ਸੀ। ਆਲਦੋ ਕਿ ਮੈਂ ਉਹ ਵੀ ਤੁਹਾਨੂੰ ਕਰਵਾਇਆ ਸੀ ਨਾਲ ਦੇ ਨਾਲ, ਜੋ ਵੀ ਬੈਂਕਿੰਗ ਦਾ ਪਾਰਟ ਸਾਰਾ ਕਵਰ ਕਰਾਇਆ ਸੀ, ਔਰ ਕਾਫੀ ਕੁਐਸਚਨ ਉਹ 'ਚੋਂ 10-12 ਕੁਐਸਚਨ ਆਏ ਸੀਗੇ। ਬਟ ਇਹ ਹੈ ਕਿ ਉਸ ਟਾਈਮ ਉਹ ਮੇਰਾ ਫਸਟ ਐਗਜ਼ਾਮ ਸੀਗਾ ਐਂਡ ਮੈਨੂੰ ਇਹ ਸੀ ਮੇਰੀ ਹੁਣ 37 ਏਜ ਹੋ ਜਾਣੀ ਹੈ ਨੈਕਸਟ ਈਅਰ, ਤਾਂ ਮੈਨੂੰ ਇਹ ਸੀ 37 ਤੋਂ ਪਹਿਲਾਂ ਕੋਈ ਜੌਬ ਜਿਹੜੀ ਆ ਜ਼ਰੂਰ ਹੱਥ 'ਚ ਰੱਖ ਲਵਾਂ ਸਰਕਾਰੀ, ਠੀਕ ਹੈ। ਸੋ ਇਸ ਲਈ ਮੈਂ ਐਗਜ਼ਾਮ ਜਿਹੜੇ ਦੇਣੇ ਸ਼ੁਰੂ ਕੀਤੇ ਇਸ ਸਾਲ, ਅਤੇ ਉਹ ਫਸਟ ਐਗਜ਼ਾਮ ਸੀ ਅਤੇ ਉਹਦੇ ਵਿੱਚੋਂ ਮੇਰੇ 61.75 ਮਾਰਕਸ ਆਏ ਸੀਗੇ। ਅਤੇ ਪਰ ਇਹ ਨਹੀਂ ਕਿ ਮੇਰਾ ਐਗਜ਼ਾਮ ਕਲੀਅਰ ਨਹੀਂ ਹੋ ਗਿਆ ਅਤੇ ਮੈਂ ਰੋਣ ਬਹਿ ਗਈ ਕਿ ਹਾਏ ਮੇਰਾ ਐਗਜ਼ਾਮ ਕਿਉਂ ਨਹੀਂ ਕਲੀਅਰ ਹੋਇਆ, ਇੱਦਾਂ ਕੁਛ ਨਹੀਂ ਸੀਗਾ। ਬਿਕੋਜ਼ ਬੀਇੰਗ ਅ ਟੀਚਰ ਵੀ ਮੈਂ ਰਹੀ ਹਾਂ ਕਾਫੀ, ਮੈਨੂੰ ਮਤਲਬ 7-8 ਸਾਲ ਮੈਂ ਪੜ੍ਹਾਇਆ ਵੀ ਹੈ। ਸੋ ਇਸ ਚੀਜ਼ ਨਾਲ ਆਪਾਂ ਡੇਲੀ ਦੇਖਦੇ ਸੀਗੇ ਹੈ ਨਾ ਇਹਨਾਂ ਚੀਜ਼ਾਂ ਨੂੰ। ਅਤੇ ਮਤਲਬ ਮੈਂ ਉੱਥੋਂ ਫਿਰ ਇਹ ਨਹੀਂ ਕੀਤਾ ਕਿ ਹੈ ਨਾ ਵੀ ਮੇਰਾ ਐਗਜ਼ਾਮ ਨਹੀਂ ਕਲੀਅਰ ਹੋਇਆ ਅਤੇ ਮੈਂ ਰੋਣ ਬਹਿ ਜਾਂ, ਹੈ ਨਾ, ਐ ਨਹੀਂ। ਮੈਂ ਕੀ ਕੀਤਾ ਕਿ ਦੇਖਿਆ, ਲਿਸਟ ਦੇਖੀ, ਸਟੂਡੈਂਟਸ ਦੇ ਮਾਰਕਸ ਦੇਖੇ, ਔਰ ਮੈਂ ਕੁੜੀਆਂ ਦੇ ਹੀ ਦੇਖਣੇ ਸੀਗੇ ਓਬਵੀਅਸਲੀ। ਅਤੇ ਮੈਂ ਦੇਖਿਆ ਕਿ ਜਿਹੜੀਆਂ ਟੌਪਰ ਕੁੜੀਆਂ ਨੇ ਮਤਲਬ ਜਿਹੜੀਆਂ 6 ਕਿਉਂਕਿ ਸੀਟਾਂ ਸੀ ਉਹਦੇ ਵਿੱਚ, ਅਤੇ ਮੈਂ ਦੇਖਿਆ ਕਿ ਉਹਨਾਂ ਦੇ ਕਿੰਨੇ ਮਾਰਕਸ ਆਏ ਨੇ। ਸੋ ਮੇਰੇ 61.75 ਸੀਗੇ ਅਤੇ ਜਿਹੜੀ ਕੁੜੀ ਸੀਗੀ ਲਾਸਟ ਉਹਦੇ 77 ਸੀਗੇ। ਸੋ ਮੈਂ ਉੱਥੋਂ ਹਿਸਾਬ ਲਾ ਲਿਆ ਕਿ ਕੋਈ 16-17 ਨੰਬਰ ਦਾ ਜਿਹੜਾ ਗੈਪ ਆ ਉਹ ਮੈਨੂੰ ਕਵਰ ਕਰਨਾ ਆ। ਫਿਰ ਮੈਂ ਦੇਖਿਆ ਕਿ ਕਿਉਂਕਿ ਉਹ ਪੈਟਰਨ ਸੇਮ ਸੀਗਾ ਲਗਭਗ ਕੋਆਪਰੇਟਿਵ ਮੈਨੇਜਰ ਦਾ ਵੀ ਅਤੇ ਇਹਦਾ ਵੀ, ਐਕਸਾਈਜ਼ ਦਾ ਵੀ, ਹੈ ਨਾ, ਬਸ ਇੱਕ ਉਹਦਾ ਸਬਜੈਕਟ ਪਾਰਟ ਨੂੰ ਛੱਡਦੀ ਆਪਾਂ ਜੇ ਅਤੇ ਫਿਰ ਮੈਂ ਉਹ ਦੇਖਿਆ ਕਿ ਕਿਹੜੀ ਚੀਜ਼ 'ਚ ਮੈਂ ਲੈਕ ਕੀਤੀ ਹਾਂ। ਅਤੇ ਫਿਰ ਮੈਂ ਨੋਟ ਕੀਤਾ ਕਿ ਮੈਂ ਇੰਗਲਿਸ਼ ਪੰਜਾਬੀ ਜਿਹੜੀਆਂ ਚੀਜ਼ਾਂ ਨੂੰ ਮੈਂ ਬਿਲਕੁਲ ਪੜ੍ਹ ਕੇ ਨਹੀਂ ਸੀ ਜਾਂਦੀ, ਸੋ ਇੰਗਲਿਸ਼ ਪੰਜਾਬੀ ਅਤੇ ਕੰਪਿਊਟਰ 'ਚ ਸਿਰਫ ਮੇਰਾ ਇੱਕ ਹੀ ਕੁਐਸਚਨ ਠੀਕ ਹੋਇਆ ਸੀ, ਬਿਕੋਜ਼ ਮੇਰਾ ਬੈਕਗਰਾਊਂਡ ਕੰਪਿਊਟਰ ਨਹੀਂ ਮੈਡੀਕਲ ਹੈ। ਅਤੇ ਇਸ ਕਰਕੇ ਫਿਰ ਮੈਂ 6 ਦਿਨਾਂ ਦੇ ਵਿੱਚ ਕੰਪਿਊਟਰ ਜਿਹੜਾ ਹੈ 6 ਦਿਨ ਲਗਾਏ ਉਹਨੂੰ ਤਸੱਲੀ ਨਾਲ, ਕਿਉਂਕਿ ਜਦੋਂ ਤੁਹਾਡਾ ਕੋਈ ਪੁਆਇੰਟ ਤੁਹਾਨੂੰ ਲੱਗਦਾ ਨਾ ਵੀਕ ਹੈ ਉੱਤੇ ਜ਼ਿਆਦਾ ਟਾਈਮ ਦਿਓ। ਮੇਰੇ ਕੋਲ ਟਾਈਮ ਤਾਂ ਬਹੁਤ ਘੱਟ ਸੀਗਾ, ਮੇਰੇ ਖਿਆਲ 20 ਦਿਨ ਸੀਗੇ ਜਦੋਂ ਮੈਂ 11 ਸਤੰਬਰ ਨੂੰ ਮੈਂ ਇਹਦੀ ਪ੍ਰੈਪਰੇਸ਼ਨ ਸ਼ੁਰੂ ਕੀਤੀ ਸੀਗੀ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦੀ, ਅਤੇ 3 ਅਕਤੂਬਰ ਨੂੰ ਇਹ ਪੇਪਰ ਸੀਗਾ। ਅਤੇ ਮੈਂ ਫਿਰ ਵੀ ਇੰਨਾ ਘੱਟ ਟਾਈਮ ਹੋਣ ਦੇ ਬਾਅਦ ਵੀ ਮੈਂ 6 ਦਿਨ ਜਿਹੜੇ ਸੀਗੇ ਉਹ ਕੰਪਿਊਟਰ ਲਈ ਲਗਾਏ ਪੂਰੇ ਦੇ ਪੂਰੇ, ਐਂਡ ਉਹਦਾ ਰਿਜ਼ਲਟ ਇਹ ਸੀਗਾ ਕਿ ਮੇਰੇ 10 ਚੋਂ 10 ਕੁਐਸਚਨਸ ਜਿਹੜੇ ਸਹੀ ਹੋਏ ਸੀਗੇ ਐਕਸਾਈਜ਼ ਦੇ ਪੇਪਰ ਦੇ ਵਿੱਚ, ਠੀਕ ਹੈ। ਸੋ ਇਹ ਹੁੰਦਾ ਕਿ ਤੁਸੀਂ ਆਪਣਾ ਦੇਖੋ, ਪਿਛਲੇ ਪੇਪਰਾਂ ਤੋਂ ਜ਼ਰੂਰ ਦੇਖੋ ਕਿ ਤੁਸੀਂ ਕਿੱਥੇ ਤੁਹਾਡਾ ਨੈਗੇਟਿਵ ਹੈਗਾ ਆ, ਕਿੱਥੇ ਤੁਸੀਂ ਲੈਕ ਕਰ ਰਹੇ ਆ, ਉਹਦੇ ਉੱਤੇ ਵਰਕ ਕਰੋ, ਠੀਕ ਹੈ। ਬਾਕੀ ਇਹ ਹੈ ਕਿ ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਬੀਇੰਗ ਅ ਮੈਰਿਡ ਵੂਮਨ, ਜਾਂ ਕਹਿ ਲਓ ਕਿ ਮੇਰੇ ਬੱਚੇ ਵੀ ਨੇ ਅਤੇ ਘਰ ਦੇ ਵਿੱਚ ਮੈਨੂੰ ਇੰਨਾ ਟਾਈਮ ਵੀ ਨਹੀਂ ਮਿਲ ਪਾਉਂਦਾ ਆ। ਬਟ ਮੈਂ ਤੁਹਾਨੂੰ ਆਪਣਾ ਟਾਈਮ ਸਕੈਡਿਊਲ ਦੱਸ ਦਿੰਦੀ ਹਾਂ ਵੀ ਮੈਂ ਸਵੇਰੇ 4 ਵਜੇ ਉੱਠਦੀ ਸੀਗੀ, ਹੁਣ ਵੀ ਚਲੋ ਮੇਰੀ ਹੈਬਿਟ ਬਣ ਚੁੱਕੀ ਆ ਹੁਣ ਪਰਮਾਨੈਂਟ, ਅਤੇ 4 ਵਜੇ ਉੱਠ ਕੇ 4 ਤੋਂ 5 ਮੈਂ ਇਸ਼ਨਾਨ ਵਗੈਰਾ ਕਰਕੇ ਨਹਾ ਧੋ ਕੇ ਅਤੇ ਨਿਤਨੇਮ ਕਰਕੇ ਉਸ ਤੋਂ ਬਾਅਦ 5 ਵਜੇ ਮੈਂ ਪੜ੍ਹਨਾ ਬੈਠਦੀ ਸੀਗੀ। 5 ਵਜੇ ਤੋਂ ਲੈ ਕੇ ਅਤੇ 7:30 ਤੱਕ ਮੈਂ ਲਗਾਤਾਰ ਪੜ੍ਹਦੀ ਸੀ। 7:30 ਫਿਰ ਮੈਂ ਆਪਣੇ ਬੱਚਿਆਂ ਨੂੰ ਰੈਡੀ ਵਗੈਰਾ ਕਰਕੇ ਸਕੂਲ ਭੇਜ ਕੇ, ਫਿਰ ਉਸ ਤੋਂ ਬਾਅਦ 2 ਵਜੇ ਤੱਕ ਇਹਨਾਂ ਦਾ ਸਕੂਲ ਜਿਵੇਂ ਹੁੰਦਾ ਸੀਗਾ ਸਕੂਲ ਟਾਈਮਿੰਗਸ, ਅਤੇ ਫਿਰ ਉਸ ਤੋਂ ਬਾਅਦ ਇਹ ਆਪਣਾ ਕੀ ਉਹਨੂੰ ਕਹਿੰਦੇ ਆ, ਜਦੋਂ ਜਿੰਨਾ ਚਿਰ ਇਹਨਾਂ ਨੇ ਸਕੂਲ ਲੈਣਾ, ਕਈ ਵਾਰੀ ਤਾਂ ਮਤਲਬ ਕਾਫੀ ਵਿੱਚੋਂ ਇਹਨਾਂ ਦੇ ਕਲਾਸਿਸ ਲੱਗਦੀਆਂ ਵੀ ਨਹੀਂ ਰਹੀਆਂ ਕੋਵਿਡ ਦੇ ਕਰਕੇ। ਐਂਡ ਸਭ ਤੋਂ ਵੱਡਾ ਚੈਲੰਜ ਇਹ ਵੀ ਸੀਗਾ ਕਿ ਜਦੋਂ ਮੇਰਾ ਇਹ ਐਗਜ਼ਾਮ ਆਇਆ ਐਕਸਾਈਜ਼ ਦਾ, ਉਸ ਦੌਰਾਨ ਮੇਰੇ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋ ਗਏ ਸੀਗੇ, ਔਰ ਇਹਨਾਂ ਨੂੰ ਬਾਅਦ ਵਿੱਚ ਉਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦੇ ਐਗਜ਼ਾਮਸ ਚੱਲ ਰਹੇ ਸੀ, ਔਰ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਨੂੰ ਮੇਰਾ ਪੇਪਰ ਆਉਣਾ ਸੀ ਉਦੋਂ ਇਹਨਾਂ ਨੂੰ ਛੁੱਟੀਆਂ ਪੈ ਜਾਣੀਆਂ ਸੀਗੀਆਂ। ਸੋ ਨਾਲ ਇਹਨਾਂ ਨੂੰ ਵੀ ਪੜ੍ਹਾਉਣਾ ਸੀ, ਨਾਲ ਮੈਂ ਆਪ ਵੀ ਪੜ੍ਹਨਾ ਸੀ, ਨਾਲ ਘਰ ਦਾ ਵੀ ਦੇਖਣਾ। ਤਾਂ ਸਾਰਾ ਕੁਛ ਮੈਂ ਮੈਨੇਜ ਕੀਤਾ। ਜੇ ਮੈਂ ਕਰ ਸਕਦੀ ਹਾਂ ਠੀਕ ਹੈ, ਅਤੇ ਫਿਰ ਕੋਈ ਵੀ ਕਰ ਸਕਦਾ। ਹਾਂ ਬਟ ਇਹ ਹੈ ਕਿ ਮੇਰਾ ਜੋ ਪੋਜ਼ੀਟਿਵ ਪੁਆਇੰਟ ਰਿਹਾ ਆ ਉਹ ਰਿਹਾ ਆ ਜੀਕੇ ਵਾਲਾ ਪਾਰਟ। ਜੀਕੇ ਵਾਲੇ ਪਾਰਟ ਦੇ ਵਿੱਚੋਂ ਮੇਰੇ 25 ਕਿ 20 ਕੁਐਸਚਨ ਸੀਗੇ, ਜਿੰਨੇ ਵੀ ਸੀਗੇ ਉਹਦੇ 'ਚੋਂ ਸਿਰਫ ਮੇਰੇ 2 ਕੁਐਸਚਨ ਗਲਤ ਹੋਏ ਸੀਗੇ। ਇੱਕ ਨਿਰਮਲਾ ਸੀਤਾਰਮਨ ਵਾਲਾ ਕੁਐਸਚਨ ਜਿਹੜਾ ਆਇਆ ਸੀ ਉਹ ਬਿਕੋਜ਼ ਉਹਦੇ 'ਚ ਮੈਨੂੰ ਕਨਫਿਊਜ਼ਨ ਹੋ ਗਈ ਸੀ ਕਿਰਨ ਮਜ਼ੂਮਦਾਰ ਅਤੇ ਨਿਰਮਲਾ ਸੀਤਾਰਮਨ ਦੇ ਵਿੱਚ, ਅਤੇ ਉਹ ਮੇਰਾ ਗਲਤ ਹੋਇਆ ਸੀ। ਅਤੇ ਇੱਕ ਲਾਲ ਸਿੰਘ ਮਿਸਰ ਤੇਜ ਸਿੰਘ ਵਾਲਾ, ਹਾਲਾਂਕਿ ਕੁਐਸਚਨ ਮੈਂ ਤੁਹਾਨੂੰ YouTube 'ਤੇ ਕਰਵਾਇਆ ਵੀ ਹੋਇਆ ਸੀ, ਫਿਰ ਵੀ ਮੇਰਾ ਉਹ ਗਲਤ ਹੋ ਗਿਆ। ਕਿਉਂ ਹੋਇਆ? ਕਿਉਂਕਿ ਮੈਂ ਪੰਜਾਬ ਦਾ ਜਿਹੜੀ ਜੀਕੇ ਸੀਗੀ ਨਾ ਉਹਨੂੰ ਮੈਂ ਬਿਲਕੁਲ ਵੀ ਰਿਵਾਈਜ਼ ਨਹੀਂ ਕੀਤਾ ਸੀ।
ਸੋ ਉਹਦੇ 'ਚ ਮੇਰਾ ਇੱਕ ਕੁਐਸਚਨ ਉਹ ਗਲਤ ਹੋਇਆ ਤੇ ਬਾਕੀ ਮੈਨੂੰ ਇਹਦੇ ਵਿੱਚ ਜੋ ਮੇਰਾ ਫੇਰ ਦੁਬਾਰਾ ਪੰਜਾਬੀ ਮੈਂ ਨਹੀਂ ਸੀ ਪੜ੍ਹ ਕੇ ਗਈ ਤੇ ਪੰਜਾਬੀ 'ਚੋਂ ਹੀ ਮੇਰੇ 6 ਕੁਐਸਚਨ ਜਿਹੜੇ ਆ ਪੰਜਾਬੀ ਦੇ ਗਲਤ ਹੋ ਗਏ ਸੀਗੇ। ਬਾਕੀ ਮੇਰੇ ਸਾਰੇ ਸਬਜੈਕਟ ਵਾਈਜ਼ ਸਾਰੇ ਬਹੁਤ ਵਧੀਆ ਗਿਆ ਸੀ ਐਗਜ਼ਾਮ। ਬਸ ਜਿਹੜਾ ਆਪਣਾ ਇਹ ਪੰਜਾਬੀ ਦਾ ਮੇਰਾ ਥੋੜਾ ਜਿਹਾ ਗੜਬੜ ਹੋ ਗਿਆ ਸੀਗਾ ਐਗਜ਼ਾਮ। ਬਾਕੀ ਕਿਉਂਕਿ ਕੰਪਿਊਟਰ ਇੰਗਲਿਸ਼ ਵਗੈਰਾ ਤੇ ਥੋੜਾ ਜਿਹਾ ਮੈਂ ਵਰਕ ਕੀਤਾ ਕਿ ਤੁਹਾਨੂੰ ਪਤਾ ਗ੍ਰਾਮਰ ਦੇ ਰੂਲਸ ਵਗੈਰਾ ਪੜ੍ਹਨੇ ਪੈਂਦੇ ਆ ਹੈ ਨਾ ਸਾਰਾ ਕੁਛ। ਸੋ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਵਰਕ ਕਰੋ। ਜੋ ਵੀ ਤੁਹਾਡੇ ਕੋਲ ਸੋਰਸ ਹੈਗਾ ਆ, ਇਹ ਨਹੀਂ ਕਿ ਆਹੀ ਸੋਰਸ ਕਰੋ, ਠੀਕ ਹੈ। ਜੋ ਵੀ ਸੋਰਸ ਹੈ ਉਹਨੂੰ ਪੜ੍ਹੋ, ਉਹਦੇ ਨਾਲ ਹੀ ਤੁਸੀਂ ਐਡਮੈਂਟ ਰਹੋ ਤੇ ਉਹਨੂੰ ਹੀ ਮਤਲਬ ਮੈਕਸਿਮਮ ਜਿੰਨਾ ਵੀ ਤੁਸੀਂ ਮਤਲਬ ਮੈਕਸਿਮਮ ਆਪਣਾ ਰਿਵਾਈਜ਼ ਕਰ ਸਕਦੇ, ਕਿਉਂਕਿ ਉਹ ਕਹਿੰਦੇ ਨੇ ਰਿਵੀਜ਼ਨ ਇਜ਼ ਦ ਕੀ ਟੂ ਸਕਸੈਸ। ਜਿੰਨੀ ਵਾਰੀ ਤੁਸੀਂ ਰਿਵੀਜ਼ਨ ਕਰੋਗੇ ਨਾ ਓਨਾ ਹੀ ਮਤਲਬ ਤੁਹਾਨੂੰ ਬੈਨੀਫਿਟ ਹੋਏਗਾ, ਠੀਕ ਹੈ। ਚਾਹੇ ਉਹ ਆਪਣਾ ਜੀਕੇ ਹੈ, ਚਾਹੇ ਉਹ ਕਰੰਟ ਅਫੇਅਰਸ ਹੈ, ਚਾਹੇ ਉਹ ਤੁਹਾਡਾ ਪੰਜਾਬ ਜੀਕੇ ਹੈ, ਚਾਹੇ ਉਹ ਕੰਪਿਊਟਰ ਹੈ, ਚਾਹੇ ਉਹ ਰੀਜ਼ਨਿੰਗ ਹੈ, ਕੁਐਂਸ ਹੈ, ਕੋਈ ਵੀ ਚੀਜ਼ ਹੈ, ਠੀਕ ਹੈ। ਉਹਨੂੰ ਬਾਰ-ਬਾਰ ਤੁਸੀਂ ਰਿਵਾਈਜ਼ ਕਰੋਗੇ ਤੇ ਤੁਹਾਡਾ ਜ਼ਰੂਰ ਰਿਜ਼ਲਟ ਤੁਹਾਨੂੰ ਮਿਲੇਗਾ। ਸਪੈਸ਼ਲੀ ਉਹ ਸਟੂਡੈਂਟਸ ਜਿਹੜੇ ਹਮੇਸ਼ਾ ਥੋੜ੍ਹੇ ਕੁ ਨੰਬਰਾਂ ਤੋਂ ਰਹਿ ਜਾਂਦੇ। ਤੁਸੀਂ ਮੇਰਾ ਹੀ ਦੇਖ ਲਓ ਹੈ ਨਾ, ਜਿਵੇਂ ਮੈਂ ਤੁਹਾਨੂੰ ਕੰਪੈਰੀਜ਼ਨ ਕਰਕੇ ਦੱਸਿਆ ਕਿ ਪਹਿਲਾਂ ਮੈਂ ਦੇਖਿਆ ਕਿ ਮੇਰੇ ਇੰਨੇ ਮਾਰਕਸ ਆਏ ਆ ਤੇ ਇੰਨੇ ਕੀ ਜਿਹੜੇ ਆ ਮੈਨੂੰ ਕਵਰ ਕਰਨੇ ਆ। ਸੋ ਉਹ ਮੈਂ ਦੇਖਿਆ ਕਿੱਥੋਂ ਕਿੱਥੋਂ ਮੈਂ ਲੈਕ ਕਰ ਰਹੀ ਹਾਂ ਤੇ ਉਹਦੇ ਤੇ ਮੈਂ ਵਰਕ ਕੀਤਾ ਆ। ਸੋ ਇਸ ਕਰਕੇ ਤੇ ਬਾਕੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਅਨਾਉਂਸ ਕਰ ਦਿੰਦੀ ਹਾਂ ਕਿ ਇੱਕ ਤੇ ਤੁਸੀਂ ਐਕਸਾਈਜ਼ ਟੈਕਸੇਸ਼ਨ ਦਾ ਮੈਂ ਤੁਹਾਨੂੰ ਆਲਰੇਡੀ ਕਵਰ ਕੀਤਾ ਹੈ, ਉਹਨੂੰ ਤੁਸੀਂ ਕਵਰ ਕਰ ਲਓ ਉਹ ਵਾਲਾ ਪਾਰਟ, ਠੀਕ ਹੈ। ਜਦ ਤੱਕ ਓਫੀਸ਼ੀਅਲ ਸਿਲੇਬਸ ਨਹੀਂ ਆਉਂਦਾ, ਪਲੱਸ ਜੋ ਇੰਗਲਿਸ਼ ਤੁਹਾਡੀ ਆਣੀ ਹੈ, ਕੁਆਂਟਸ ਆਣੀ ਹੈ, ਰੀਜ਼ਨਿੰਗ ਆਣਾ ਹੀ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਕੰਪਿਊਟਰ ਤੁਹਾਡਾ ਆਣਾ ਹੀ ਆਣਾ ਹੈ, ਪੰਜਾਬ ਜੀਕੇ ਤੁਹਾਡੀ ਆਣੀ ਹੈ, ਠੀਕ ਹੈ। ਤੇ ਜਨਰਲ ਨੌਲੇਜ ਕਰੰਟ ਅਫੇਅਰਸ ਆਣੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਵਰਕ ਕਰਨਾ ਹੀ ਕਰਨਾ ਆ। ਪਲੱਸ ਜਦ ਤੱਕ ਸਿਲੇਬਸ ਨਹੀਂ ਆਉਂਦਾ ਤਦ ਤੱਕ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਇੱਕ ਤਾਂ ਤੁਸੀਂ ਇਹ ਐਕਸਾਈਜ਼ ਵਾਲਾ ਜਿਹੜੀ ਪਲੇਲਿਸਟ ਮੈਂ ਬਣਾਈ ਹੈ ਇਹ ਤੋਂ ਪੜ੍ਹ ਲਓ। ਪਲੱਸ ਜਦੋਂ ਤੁਸੀਂ ਇਹਨੂੰ ਕੰਪਲੀਟ ਕਰ ਲੈਂਦੇ ਹੋ 4 ਤੋਂ 5 ਵਾਰ ਇਹਨੂੰ ਰਿਵਾਈਜ਼ ਕਰੋ। ਪਲੱਸ ਇਹਦੀ ਜਿਹੜੇ ਕੁਐਸਚਨਸ ਨੇ ਉਹ ਆਨਲਾਈਨ ਸੋਲਵ ਕਰੋ, ਠੀਕ ਹੈ। ਅਤੇ ਇੱਕ ਮੈਂ ਲਾਸਟ ਤੇ ਤੁਹਾਨੂੰ ਕਹੂੰਗੀ ਕਿ ਜਿਹੜਾ ਆਪਣਾ ਹੁਣ ਮੈਂ ਤੁਹਾਨੂੰ ਇੰਨਾ ਕੁ ਨਾਲ ਤੁਹਾਨੂੰ ਦੱਸ ਦਿੰਦੀ ਹਾਂ ਵੀ ਜਿੱਦਾਂ ਹੁਣ ਕਲੈਰੀਕਲ ਦੇ ਵੀ ਪੇਪਰ ਨਿਕਲ ਰਹੇ ਨੇ ਹੈ ਨਾ, ਨਾਲ ਮੇਰੇ ਖਿਆਲ 300 ਪੋਸਟਾਂ ਅੱਜ ਸ਼ਾਇਦ ਨਿਕਲੀਆਂ ਨੇ ਤੇ ਹੋਰ ਵੀ ਕਾਫੀ ਸੁਪਰਵਾਈਜ਼ਰ ਸਰਵੇਅਰ ਕਾਫੀ ਕੁਛ ਹੈ ਨਾ ਆ ਰਹੀਆਂ ਨੇ ਪੋਸਟ। ਤੇ ਇਹਨਾਂ ਦਾ ਸਿਲੇਬਸ ਤੇ ਆਲਮੋਸਟ ਸੇਮ ਹੀ ਰਹਿਣਾ ਸਿਵਾਏ ਅਗਰ ਆਪਾਂ ਸਬਜੈਕਟ ਪਾਰਟ ਨੂੰ ਛੱਡ ਦਈਏ। ਸੋ ਇਸ ਲਈ ਮੈਂ ਹੁਣ ਤੁਹਾਡੇ ਨਾਲ ਜਿਹੜਾ ਆ ਉਹ ਇਹਨਾਂ ਲੈਕਚਰਸ ਵਾਸਤੇ PSSB ਦੇ ਜਿਹੜੇ ਜਿੰਨੇ ਵੀ ਪੇਪਰ ਹੋਣੇ ਆ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਤਾਂ ਕਰੰਟ ਅਫੇਅਰ ਦੀ ਡੇਲੀ ਬੇਸਿਸ ਤੇ ਰੋਜ਼ ਦੀ ਇੱਕ ਵੀਡੀਓ ਦਊਂਗੀ ਜਿਹਦੇ ਵਿੱਚ 10 ਕੁਐਸਚਨ ਹੋਣਗੇ ਡੇਲੀ ਬੇਸਿਸ ਦੇ ਉੱਤੇ, ਠੀਕ ਹੈ। ਉਹ ਕੱਲ ਤੋਂ ਮੈਂ ਸਟਾਰਟ ਕਰ ਦੂੰਗੀ। ਪਲੱਸ ਜਿਹੜੀ ਵੀ ਵੀਡੀਓ ਮੈਨੂੰ ਲੱਗੂਗੀ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ ਡਿਫਰੈਂਟ ਐਗਜ਼ਾਮਸ ਲਈ ਜਾਂ ਐਕਸਾਈਜ਼ ਲਈ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਜਾਊਂਗੀ, ਠੀਕ ਹੈ। ਸੋ ਬਹੁਤ ਜ਼ਿਆਦਾ ਮੇਰੇ ਵੱਲੋਂ ਸਭ ਨੂੰ ਸ਼ੁਭ ਕਾਮਨਾਵਾਂ ਜਿਨ੍ਹਾਂ ਨੇ ਵੀ ਐਗਜ਼ਾਮ ਭਰਨਾ ਹੈ ਜਾਂ ਭਰਿਆ ਆ, ਠੀਕ ਹੈ। ਸੋ ਬਾਕੀ ਜੋ ਵੀ ਤੁਹਾਨੂੰ ਹੈਲਪ ਚਾਹੀਦੀ ਹੋਏਗੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਤੇ ਜਿਹੜੀਆਂ ਕੁੜੀਆਂ ਇਹਦੇ ਵਾਸਤੇ ਐਫਰਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਮੈਂ ਖਾਸ ਇਹੀ ਕਹੂੰਗੀ ਕਿ ਆਪਣੀ ਵਿਲ ਪਾਵਰ ਜਿਹੜੀ ਆ ਉਹ ਸਟਰੋਂਗ ਰੱਖੋ, ਠੀਕ ਹੈ। ਜੇ ਤੁਸੀਂ ਮੈਨੂੰ ਪਤਾ ਹੈ ਕਿ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕੁੜੀਆਂ ਨੂੰ ਖਾਸ ਕਰਕੇ, ਮੈਨੇ ਵੀ ਬੜੇ ਸੁਣਨੇ ਪੈਂਦੇ ਨੇ, ਗੱਲਾਂ ਬੜੀਆਂ ਸੁਣਨੀਆਂ ਪੈਂਦੀਆਂ ਨੇ ਕਿ ਜਦੋਂ ਪੜ੍ਹਦੇ ਹੋਈਏ ਹੈ ਨਾ ਘਰਦਿਆਂ ਨੂੰ ਮਤਲਬ ਇੱਕ ਟੌਂਟ ਜਿਹਾ ਵੀ ਲੱਗਣ ਲੱਗ ਪੈਂਦਾ ਹੈ, ਮਤਲਬ ਕਹਿਣ ਲੱਗ ਪੈਂਦੇ ਨੇ ਘਰ ਦੇ ਪਤਾ ਨਹੀਂ ਹੋਣਾ ਕੋਈ ਹੈ ਕਿ ਨਹੀਂ ਹੈ, ਕਿਤਾਬਾਂ ਫੜ ਕੇ ਬੈਠੀ ਰਹਿੰਦੀ ਹੈ ਜਾਂ ਕੁਛ ਵੀ, ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਸੋ ਕਦੀ ਵੀ ਸੁਣੋ ਪਰ ਇੱਧਰੋਂ ਸੁਣੋ ਤੇ ਇੱਧਰੋਂ ਕੱਢ ਦੋਗੇ ਤੇ ਠੀਕ ਰਹੋਗੇ। ਜੇ ਉਹਨੂੰ ਮਤਲਬ ਇੱਥੇ ਬਿਠਾ ਲਿਆ ਜਾਂ ਇੱਥੇ ਲਾ ਲਿਆ ਤੇ ਫਿਰ ਉਹ ਕੰਮ ਹੋ ਜਾਣਾ ਤੁਹਾਡਾ, ਫਿਰ ਤੁਸੀਂ ਪੜ੍ਹ ਨਹੀਂ ਪਾਣਾ, ਠੀਕ ਹੈ ਨਾ। ਫਿਰ ਮਤਲਬ ਦਿਲ ਦੇ ਵਿੱਚ ਜੋ ਆਉਂਦਾ ਨਾ, ਮਤਲਬ ਜੇ ਕੋਈ ਕੁਛ ਕਹਿੰਦਾ ਆ ਤੇ ਉਹਨੂੰ ਦਿਲ 'ਚ ਗਾਲਾਂ ਕੱਢ ਕੇ ਆਪਣਾ ਮਨ ਹੌਲਾ ਕਰ ਲਓ, ਠੀਕ ਹੈ। ਰੈਦਰ ਦੈਨ ਕਿ ਸਾਰਾ ਦਿਨ ਸੜਦੇ ਭੁੱਜਦੇ ਰਹੋ ਕਿ ਹਾਂ ਵੀ ਉਹਨੇ ਮੈਨੂੰ ਇਹ ਗੱਲ ਕਹੀ ਤੇ ਕਹੀ ਕਿਉਂਕਿ ਜਦੋਂ ਇੱਕ ਵਾਰ ਤੁਸੀਂ ਸਕਸੈਸ ਹਾਸਿਲ ਕਰ ਲੈਂਦੇ ਆ ਨਾ ਤੇ ਫਿਰ ਅਗਲੇ ਬੰਦੇ ਦਾ ਮੂੰਹ ਵੀ ਬੰਦ ਹੋ ਜਾਂਦਾ ਆਪਣੇ ਆਪ ਤੇ ਅਗਲੇ ਬੰਦੇ ਨੂੰ ਲੱਗਦਾ ਵੀ ਹਾਂ ਵੀ ਠੀਕ ਹੈ ਵੀ ਕਰ ਲੈਣ ਦੋ ਇਹਨੂੰ ਤਿਆਰੀ ਸ਼ਾਇਦ ਹੈ ਨਾ, ਜੇ ਕਰ ਲਿਆ ਤੇ ਅੱਗੇ ਵੀ ਕੁਛ ਕਰ ਲਏਗੀ ਇਹ, ਨਹੀਂ ਤੇ ਮਤਲਬ ਬਹੁਤਾ ਟਾਈਮ ਤਾਂ ਕੁੜੀਆਂ ਨੂੰ ਸਹੁਰੇ ਘਰ 'ਚ ਆਪਣੇ ਆਪ ਨੂੰ ਪ੍ਰੂਫ ਕਰਨ ਤੇ ਹੀ ਲੱਗ ਜਾਂਦਾ ਆ। ਸੋ ਕਿਉਂਕਿ ਜਿੰਨਾ ਪੇਰੈਂਟਸ ਤੁਹਾਡੇ ਤੇ ਯਕੀਨ ਕਰਦੇ ਆ ਸ਼ਾਇਦ ਕੋਈ ਨਹੀਂ ਕਰਦਾ, ਬਟ ਮੇਰੇ ਕੇਸ ਦੇ ਵਿੱਚ ਇੱਦਾਂ ਕੁਛ ਨਹੀਂ ਸੀਗਾ ਬਿਕੋਜ਼ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ। ਮੈਨੂੰ ਲੱਗਦਾ ਕਿ ਮੇਰੇ ਸ਼ਾਇਦ ਆਪਣੇ ਪੇਰੈਂਟਸ ਵੀ ਇੰਨਾ ਸਪੋਰਟ ਨਹੀਂ ਕਰਦੇ ਜਿੰਨਾ ਮੇਰੇ ਹਸਬੈਂਡ ਮੈਨੂੰ ਸਪੋਰਟ ਕੀਤਾ ਆ। ਮਤਲਬ ਕੁਛ ਵੀ ਮੈਂ ਉਹਨਾਂ ਨੂੰ ਕਹਾਂ ਨਾ ਕਿ ਕੁਛ ਵੀ ਡਿਸੀਜਨ ਮੈਂ ਲਵਾਂ ਤੇ ਉਹਨਾਂ ਨੇ ਕਹਿਣਾ ਕਿ ਠੀਕ ਹੈ,
ਕਿਉਂਕਿ ਉਹਨਾਂ ਨੂੰ ਵੀ ਹੁੰਦਾ ਕਿ ਹਾਂ ਇਹ ਪੜ੍ਹ ਰਹੀ ਹੈ, ਇਹਨੂੰ ਜ਼ਿਆਦਾ ਪਤਾ ਹੋਊਗਾ ਵੀ ਇਹ ਉਸ ਚੀਜ਼ ਦੇ ਨਾਲ ਉਸ ਲਾਈਨ ਦੇ ਵਿੱਚ ਜੁੜੀ ਹੋਈ ਹੈ, ਇਹਨੂੰ ਹੈ ਨਾ। ਮਤਲਬ ਉਹਨਾਂ ਨੇ ਕਦੀ ਇਹ ਨਹੀਂ ਕਿਹਾ, ਠੀਕ ਆ, ਆਪਣੀ ਵੀ ਵਿਊ ਪੁਆਇੰਟ ਰੱਖਦੇ ਆ, ਮੈਂ ਵੀ ਐਗਰੀ ਕਰਦੀ ਹਾਂ ਜਿੱਥੇ ਕਰਨਾ ਹੁੰਦਾ, ਪਰ ਇਹ ਹੈ ਕਿ ਹਾਂ ਮੈਨੂੰ ਹਰ ਗੱਲ 'ਤੇ ਉਹਨਾਂ ਨੇ ਇੰਨਾ ਜ਼ਿਆਦਾ ਸਪੋਰਟ ਕੀਤਾ। ਕੋਈ ਵੀ ਸਰਕਮਸਟਾਂਸਿਸ ਹੋਣ, ਚਾਹੇ ਬੱਚਿਆਂ ਦਾ ਹੈ ਚਾਹੇ ਕੁਛ ਘਰ ਦੇ ਵਿੱਚ, ਮੈਨੂੰ ਉਹਨਾਂ ਦੇ ਟੱਚਵੁੱਡ ਬਹੁਤ ਜ਼ਿਆਦਾ ਉਹਨਾਂ ਦੀ ਸਪੋਰਟ ਰਹੀ ਹੈ, ਅਤੇ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਵੀ ਫੀਲ ਕਰਦੀ ਹਾਂ। ਨਹੀਂ ਤਾਂ ਅੱਜ ਦੀ ਡੇਟ ਦੇ ਵਿੱਚ ਮੈਂ ਦੇਖਦੀ ਹਾਂ ਕਿ ਆਫਟਰ ਮੈਰਿਜ ਮੇਰੀਆਂ, ਕਿਉਂਕਿ ਮੇਰੀਆਂ ਆਪਣੀਆਂ ਵੀ ਫਰੈਂਡਸ ਨੇ, ਕਿੰਨਾ ਮੁਸ਼ਕਲ ਹੁੰਦਾ ਆ ਮਤਲਬ ਪੜ੍ਹਨਾ ਮੈਰਿਜ ਤੋਂ ਬਾਅਦ, ਫਿਰ ਉਹ ਬੱਚਿਆਂ ਤੋਂ ਬਾਅਦ ਬੱਚਿਆਂ ਦੇ ਨਾਲ ਪੜ੍ਹਨਾ, ਘਰ ਵੀ ਮੈਨੇਜ ਕਰਨਾ। ਸੋ ਇਸ ਕਰਕੇ ਤੁਸੀਂ ਆਪਣੀ ਵਿਲ ਪਾਵਰ, ਕਿਉਂਕਿ ਮੈਂ ਆਪਣੀ ਵਿਲ ਪਾਵਰ ਕਦੀ ਵੀ ਡਾਊਨ ਨਹੀਂ ਜਾਣ ਦਿੱਤੀ। ਮੈਂ ਬਹੁਤ ਸਾਰੇ ਇਹੋ ਜਿਹੇ ਸਰਕਮਸਟਾਂਸਿਸ ਵੀ ਮੇਰੇ ਸਾਹਮਣੇ ਆਏ ਨੇ, ਬਟ ਮੈਂ ਆਪਣੀ ਵਿਲ ਪਾਵਰ ਜਿਹੜੀ ਹੈ ਕਦੀ ਲੂਜ਼ ਨਹੀਂ ਕੀਤੀ। ਬਹੁਤ ਹੀ ਕਿਤੇ ਰੇਅਰ ਹੋਊਗਾ ਜਦੋਂ ਮੇਰਾ ਮੋਰਾਲ ਥੋੜਾ ਡਾਊਨ ਗਿਆ ਹੋਊਗਾ, ਬਟ ਨਹੀਂ ਜੀ, ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਜੇ ਮੈਂ ਮੇਰੇ ਅੰਦਰੋਂ ਮੈਂ ਆਪਣੇ ਆਪ ਨੂੰ ਹਰਾ ਲਿਆ ਨਾ ਕਿ ਮੈਂ ਨਹੀਂ ਕਰ ਸਕਦੀ ਕੁਛ, ਤੇ ਫਿਰ ਮੈਨੂੰ ਕੋਈ ਵੀ ਨਹੀਂ ਜਿਤਾ ਸਕਦਾ। ਪਰ ਜੇ ਮੈਂ ਇੱਥੋਂ ਨਹੀਂ ਨਾ ਹਾਰਾਂਗੀ ਤੇ ਫਿਰ ਸਰਕਮਸਟਾਂਸਿਸ ਕੁਛ ਵੀ ਹੋਣ, ਫਿਰ ਮੈਨੂੰ ਕੋਈ ਹਰਾ ਵੀ ਨਹੀਂ ਸਕਦਾ, ਠੀਕ ਹੈ। ਸੋ ਆਪਣੀ ਵਿਲ ਪਾਵਰ ਇੰਨੀ ਕੁ ਜ਼ਿਆਦਾ ਸਟਰੋਂਗ ਰੱਖੋਗੇ ਨਾ, ਤੇ ਫਿਰ ਤੁਹਾਨੂੰ ਫਿਰ ਕੋਈ ਰੋਕ ਹੀ ਨਹੀਂ ਸਕਦਾ ਤੁਹਾਡੇ ਗੋਲ ਅਚੀਵ ਕਰਨ ਤੋਂ। ਸੋ ਮੇਰਾ ਤੇ ਇਹੀ ਹੈਗਾ ਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈ, ਠੀਕ ਹੈ। ਬਾਕੀ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਤਾਂ ਸ਼ੇਅਰ ਕਰ ਦਿਓ, ਠੀਕ ਹੈ, ਪਿਆਰ ਦੇ ਦਿਓ, ਲਾਈਕਸ ਕਰ ਦਿਓ, ਤੇ ਬਸ ਇਹੀ ਕੁਛ ਹੀ ਹੁੰਦਾ ਹੈ YouTube 'ਤੇ, ਹੋਰ ਕੀ। ਤੇ ਬਾਕੀ ਜੋ ਵੀ ਐਕਸਰਸਾਈਜ਼ ਰਿਲੇਟਡ ਜਾਂ ਕਿਸੇ ਵੀ ਚੀਜ਼ ਦੇ ਰਿਲੇਟਡ, ਕਿਸੇ ਵੀ ਐਗਜ਼ਾਮ ਦੇ ਰਿਲੇਟਡ ਤੁਹਾਨੂੰ ਮਟੀਰੀਅਲ ਵੀਡੀਓ ਦੇ ਥਰੂ ਚਾਹੀਦਾ ਹੋਇਆ ਤਾਂ ਮੈਨੂੰ ਜ਼ਰੂਰ ਦੱਸ ਦਿਓ, ਮੈਂ ਬਣਾ ਦਾਂਗੀ, ਠੀਕ ਹੈ। ਸੋ ਆਲ ਦੀ ਬੈਸਟ ਜਿਹੜੇ ਵੀ ਸਟੂਡੈਂਟਸ ਅਪਲਾਈ ਕਰ ਰਹੇ ਨੇ, ਇੱਕ ਵਾਰੀ ਫੇਰ ਤੋਂ ਥੈਂਕ ਯੂ ਵੈਰੀ ਮਚ।